ਸਤਿ ਸ਼੍ਰੀ ਅਕਾਲ ਸਾਰਿਆਂ ਨੂੰ। ਅੱਜ ਅਸੀਂ ਪੜ੍ਹਨਾਂਵ ਬਾਰੇ ਪੜ੍ਹਾਂਗੇ। ਪੜ੍ਹਨਾਂਵ ਦੀ ਪਰਿਭਾਸ਼ਾ, ਪ੍ਰਕਾਰ ਤੇ ਭੇਦ ਬਾਰੇ। ਪਰਿਭਾਸ਼ਾ: ਜਿਹੜਾ ਸ਼ਬਦ ਨਾਂਵ ਦੀ ਥਾਂ ਵਰਤਿਆ ਜਾਂਦਾ ਹੈ ਉਸਨੂੰ ਪੜ੍ਹਨਾਂਵ ਕਿਹਾ ਜਾਂਦਾ ਹੈ। ਜੋ ਸ਼ਬਦ ਨਾਂਵ की ਜਗ੍ਹਾ ਵਰਤਿਆ ਜਾਂਦਾ ਹੈ ਉਸਨੂੰ ਪੜ੍ਹਨਾਂਵ ਕਿਹਾ ਜਾਂਦਾ ਹੈ। ਜਿਵੇਂ ਮੈਂ, ਤੂੰ, ਅਸੀਂ, ਤੁਸੀਂ, ਉਹ ਆਦਿ। ਪੜ੍ਹਨਾਂਵ 6 ਪ੍ਰਕਾਰ ਦੇ ਹੁੰਦੇ ਹਨ। ਪੁਰਖਵਾਚਕ ਪੜ੍ਹਨਾਂਵ, ਪਹਿਲਾ ਪੁਰਖਵਾਚਕ ਪੜ੍ਹਨਾਂਵ, ਦੂਜਾ ਨਿਜਵਾਚਕ ਪੜ੍ਹਨਾਂਵ, ਤੀਜਾ ਨਿਸ਼ਚੈਵਾਚਕ ਪੜ੍ਹਨਾਂਵ, ਚੌਥਾ ਅੰਸ਼ਚੈਵਾਚਕ ਪੜ੍ਹਨਾਂਵ ਤੇ ਪੰਜਵਾਂ ਸੰਬੰਧਵਾਚਕ ਪੜ੍ਹਨਾਂਵ ਤੇ ਛਠਾ ਪ੍ਰਸ਼ਨਵਾਚਕ ਪੜ੍ਹਨਾਂਵ। ਪੜ੍ਹਨਾਂਵ 6 ਪ੍ਰਕਾਰ ਦੇ ਹੁੰਦੇ ਹਨ। ਪਹਿਲਾ ਪੁਰਖਵਾਚਕ, ਦੂਜਾ ਨਿਜਵਾਚਕ, ਤੀਜਾ ਨਿਸ਼ਚੈਵਾਚਕ, ਚੌਥਾ ਅਨਿਸ਼ਚੈਵਾਚਕ, ਪੰਜਵਾਂ ਸੰਬੰਧਵਾਚਕ, ਛਠਾ ਪ੍ਰਸ਼ਨਵਾਚਕ। ਚਲਿਏ, ਪਹਿਲਾ ਪੁਰਖਵਾਚਕ ਪੜ੍ਹਨਾਂਵ। ਜਿਹੜੇ ਸ਼ਬਦ ਆਪਣੇ ਜਾਂ ਦੂਜੇ ਪੁਰਖਾਂ ਦੇ ਨਾਂ ਦੀ ਥਾਂ ਵਰਤੇ ਜਾਂਦੇ ਹਨ ਉਹਨਾਂ ਨੂੰ ਪੁਰਖਵਾਚਕ ਪੜ੍ਹਨਾਂਵ ਕਿਹਾ ਜਾਂਦਾ ਹੈ। ਜੋ ਸ਼ਬਦ ਆਪਣੇ ਜਾਂ ਦੂਸਰੇ ਪੁਰਖਾਂ ਦੇ ਨਾਂ ਦੀ ਥਾਂ ਵਰਤੇ ਜਾਂਦੇ ਹਨ ਜਿਵੇਂ ਮੈਂ, ਤੂੰ, ਅਸੀਂ, ਉਹ, ਤੁਸੀਂ ਆਦਿ ਪੁਰਖਵਾਚਕ ਪੜ੍ਹਨਾਂਵ ਕਿਹਾ ਜਾਂਦਾ ਹੈ। ਪੁਰਖਵਾਚਕ ਪੜ੍ਹਨਾਂਵ ਦੇ 3 ਪ੍ਰਕਾਰ ਆਪਣੇ ਵੀ ਹੁੰਦੇ ਹਨ। ਜੋ ਅਸੀਂ ਪੁਰਖਵਾਚਕ ਪੜ੍ਹਨਾਂਵ ਪੜ੍ਹਿਆ ਉਸਦੇ ਆਪਣੇ ਵੀ 3 ਪ੍ਰਕਾਰ ਹੁੰਦੇ ਹਨ। ਪਹਿਲਾ, ਦੂਜਾ ਤੇ ਤੀਜਾ। ਪਹਿਲਾ ਪੁਰਖ, ਦੂਜਾ ਪੁਰਖ, ਤੀਜਾ ਪੁਰਖ। ਫਸਟ ਪਰਸਨ, ਸੈਕਿੰਡ ਪਰਸਨ ਐਂਡ ਥਰਡ ਪਰਸਨ। ਪਹਿਲਾ ਪੁਰਖ: ਜਿਹੜਾ ਪੁਰਖ ਬੋਲ ਰਿਹਾ ਹੈ ਪਹਿਲਾ ਪੁਰਖ ਅਖਵਾਉਂਦਾ ਹੈ। ਜਿਵੇਂ ਇੰਗਲਿਸ਼ ਵਿੱਚ ਹੁੰਦਾ ਹੈ ਫਸਟ ਪਰਸਨ, ਸੈਕਿੰਡ ਪਰਸਨ ਔਰ ਥਰਡ ਪਰਸਨ। ਜਿਵੇਂ ਮੈਂ, ਅਸੀਂ, ਮੈਨੂੰ, ਸਾਡਾ ਆਦਿ। ਦੂਜਾ ਪੁਰਖ: ਜਿਹੜੇ ਪੁਰਖ ਨਾਲ ਗੱਲ ਹੋ ਰਹੀ ਹੈ ਦੂਜਾ ਪੁਰਖ ਆਖਦਾ ਹੈ। ਜਿਵੇਂ ਤੂੰ, ਤੁਸੀਂ, ਤੈਨੂੰ, ਤੁਹਾਡਾ ਆਦਿ। ਤੀਜਾ ਪੁਰਖ: ਜਿਹੜੇ ਪੁਰਖ ਬਾਰੇ ਗੱਲ ਹੋ ਰਹੀ ਹੈ ਤੀਜਾ ਪੁਰਖ ਅਖਵਾਉਂਦਾ ਹੈ। ਜਿਵੇਂ ਉਹ, ਉਹਨਾਂ ਆਦਿ। ਇਹ ਪੁਰਖਵਾਚਕ ਪੜ੍ਹਨਾਂਵ ਦੇ ਆਪਣੇ ਵੀ 3 ਪ੍ਰਕਾਰ ਹੁੰਦੇ ਆ। ਫਸਟ ਪਹਿਲਾ ਪੁਰਖ, ਦੂਜਾ ਪੁਰਖ ਤੇ ਤੀਜਾ ਪੁਰਖ। ਫਸਟ ਪਰਸਨ, ਸੈਕਿੰਡ ਪਰਸਨ, ਥਰਡ ਪਰਸਨ। ਇਹਦੀ ਅਸੀਂ ਪਰਿਭਾਸ਼ਾ ਵੀ ਪੜ੍ਹ ਲਈ, ਐਗਜ਼ਾਮਪਲ ਵੀ ਪੜ੍ਹ ਲਏ ਤੇ ਅਸੀਂ ਹੁਣ ਪੜ੍ਹਨਾਂਵ ਦਾ ਸੈਕਿੰਡ ਭਾਵ ਪੜ੍ਹਾਂਗੇ। ਨਿਜਵਾਚਕ ਪੜ੍ਹਨਾਂਵ: ਜਿਹੜੇ ਸ਼ਬਦ ਕਰਤਾ ਦੇ ਨਾਂ ਲਾ ਕੇ ਉਸ ਵਾਕ ਦੇ ਕਰਤਾ ਦੇ ਨਾਂ ਦੀ ਥਾਂ ਵਰਤੇ ਜਾਂਦੇ ਹਨ ਉਹਨਾਂ ਨੂੰ ਨਿਜਵਾਚਕ ਪੜ੍ਹਨਾਂਵ ਕਿਹਾ ਜਾਂਦਾ ਹੈ। ਜੋ ਸ਼ਬਦ ਕਰਤਾ ਦੇ ਨਾਲ ਆ ਕੇ ਉਸ ਵਾਕ ਵਿੱਚ ਕਰਤਾ ਦੇ ਨਾਂ ਦੀ ਥਾਂ ਦੇ ਵਰਤੇ ਜਾਂਦੇ ਹਨ ਉਹਨਾਂ ਨੂੰ ਅਸੀਂ ਨਿਜਵਾਚਕ ਪੜ੍ਹਨਾਂਵ ਕਹਿੰਦੇ ਹਨ। ਜਿਵੇਂ ਮੈਂ ਆਪ ਉਹਨਾਂ ਦੇ ਘਰ ਗਿਆ। ਸੈਕਿੰਡ, ਅਸੀਂ ਆਪਸ ਵਿੱਚ ਰਲ ਮਿਲ ਕੇ ਰਹਿੰਦੇ ਹਾਂ। ਇਹਨਾਂ ਵਾਕਾਂ ਵਿੱਚ ਆਪ, ਆਪਸ ਨਿਜਵਾਚਕ ਪੜ੍ਹਨਾਂਵ ਹਨ। ਆਪ ਔਰ ਆਪਸ। ਤੀਜਾ ਨਿਸ਼ਚੈਵਾਚਕ ਪੜ੍ਹਨਾਂਵ: ਜਿਹੜੇ ਸ਼ਬਦ ਕਿਸੇ ਸਪਸ਼ਟ ਚੀਜ਼ ਵੱਲ ਇਸ਼ਾਰਾ ਕਰਕੇ ਉਸਦੇ ਨਾਂ ਦੀ ਥਾਂ 'ਤੇ ਵਰਤੇ ਜਾਂਦੇ ਹਨ ਉਹਨਾਂ ਨੂੰ ਨਿਸ਼ਚੈਵਾਚਕ ਪੜ੍ਹਨਾਂਵ ਕਿਹਾ ਜਾਂਦਾ ਹੈ। ਜੋ ਸ਼ਬਦ
ਸਪਸ਼ਟ ਚੀਜ਼ ਵੱਲ ਇਸ਼ਾਰਾ ਕਰਦੇ ਹੋਏ ਨਾ ਦੀ ਥਾਂ 'ਤੇ ਵਰਤੇ ਜਾਂਦੇ ਹਨ, ਉਹਨਾਂ ਨੂੰ ਨਿਸ਼ਚੈਵਾਚਕ ਪੜ੍ਹਨਾਂਵ ਕਿਹਾ ਜਾਂਦਾ ਹੈ। ਅੱਜ ਮੇਜ਼ 'ਤੇ ਕੀ ਪਿਆ ਹੈ? आज मेज पे की पिया है? मेज के ऊपर क्या पड़ा हुआ है? यह बहुत खूबसूरत पेन है। इन्हां वाकां विच आह है निश्चयवाचक पड़्हनाव। चौथा अनिश्चयवाचक पड़्हनाव, ਜਿਹੜੇ शब्द किसी व्यक्ति स्थान ਜਾਂ वस्तु बारे स्पष्ट ज्ञान नहीं ਦਿੰਦੇ, ਉਹਨਾਂ ਨੂੰ ਅਨਿਸ਼ਚੈਵਾਚਕ ਪੜ੍ਹਨਾਂਵ ਕਿਹਾ ਜਾਂਦਾ ਹੈ। ਜੋ ਸ਼ਬਦ ਵਿਅਕਤੀ, ਸਥਾਨ ਜਾਂ ਵਸਤੂ ਬਾਰੇ ਸਪਸ਼ਟ ਗਿਆਨ ਨਹੀਂ ਹੁੰਦਾ ਤੇ ਜਾਂ ਨਹੀਂ ਦਿੰਦੇ, ਉਹਨੂੰ ਅਸੀਂ ਅਨਿਸ਼ਚੈਵਾਚਕ ਪੜ੍ਹਨਾਂਵ ਕਹਿੰਦੇ ਹਾਂ। ਜਿਵੇਂ ਅਸੀਂ ਕੋਈ ਸਮ ਸੋਲਵ ਕਰਦੇ ਹਨ ਅਤੇ ਅਸੀਂ ਉਸਨੂੰ ਪੂਰੀ ਤਰ੍ਹਾਂ ਸੋਲਵ ਨਹੀਂ ਕਰ ਸਕਦੇ ਜਾਂ ਨਹੀਂ ਕਰਿਆ ਜਾਂਦਾ, ਇਹ ਸਾਨੂੰ ਉਸਦਾ ਪੂਰਾ ਗਿਆਨ ਨਹੀਂ ਹੁੰਦਾ, ਤਾਂ ਉਸ ਵਿੱਚ ਅਸੀਂ ਅਨਿਸ਼ਚਿਤਤਾ ਮਹਿਸੂਸ ਕਰਦੇ ਹਨ। ਇਸੀ ਤਰ੍ਹਾਂ ਪੜ੍ਹਨਾਂਵ ਵਿੱਚ ਅਨਿਸ਼ਚੈਵਾਚਕ ਪੜ੍ਹਨਾਂਵ ਹੁੰਦਾ ਹੈ ਜੇ ਕਿਸੇ ਵਿਅਕਤੀ, ਸਥਾਨ ਜਾਂ ਵਸਤੂ ਬਾਰੇ ਕੋਈ ਵੀ ਚੀਜ਼ ਸਪਸ਼ਟ ਨਹੀਂ ਹੁੰਦੀ, ਉਸ ਨੂੰ ਅਸੀਂ ਅਨਿਸ਼ਚੈਵਾਚਕ ਪੜ੍ਹਨਾਂਵ ਕਹਿੰਦੇ ਹਨ। ਕੋਈ ਆ ਰਿਹਾ ਹੈ, ਕੋਈ ਆ ਰਿਹਾ ਹੈ, ਪਰ ਸਾਨੂੰ ਇਹ ਨਹੀਂ ਪਤਾ ਕਿ ਕੌਣ ਆ ਰਿਹਾ ਹੈ, ਤਾਂ ਇਸ ਵਿੱਚ ਅਸੀਂ ਸਪਸ਼ਟ ਨਹੀਂ ਹੈ। ਇੱਥੇ ਕਈ ਆਏ ਤੇ ਗਏ, ਇੱਥੇ ਕੌਣ ਆਇਆ ਅਤੇ ਇੱਥੇ ਕੌਣ ਗਿਆ, ਸਾਨੂੰ ਕੁਛ ਨਹੀਂ ਪਤਾ ਕਿਉਂਕਿ ਸਾਨੂੰ ਸਪਸ਼ਟ ਹੀ ਨਹੀਂ ਹੈਗਾ। ਇਹਨਾਂ ਵਾਕਾਂ ਵਿੱਚ ਕੋਈ ਕਈ ਅਨਿਸ਼ਚੈਵਾਚਕ ਪੜ੍ਹਨਾਂਵ ਹਨ ਅਤੇ ਅਸੀਂ ਅੱਜ ਪੜ੍ਹਨਾਂਵ ਬਾਰੇ ਪੜ੍ਹਿਆ ਅਤੇ ਉਸਦੇ 6 ਪ੍ਰਕਾਰ ਵੀ ਪੜ੍ਹੇ। ਪਹਿਲਾ ਪੁਰਖਵਾਚਕ ਪੜ੍ਹਨਾਂਵ, ਦੂਜਾ ਨਿਜਵਾਚਕ ਪੜ੍ਹਨਾਂਵ, ਤੀਜਾ ਨਿਸ਼ਚੈਵਾਚਕ ਪੜ੍ਹਨਾਂਵ, ਚੌਥਾ ਅਨਿਸ਼ਚੈਵਾਚਕ ਪੜ੍ਹਨਾਂਵ, ਪੰਜਵਾਂ ਸੰਬੰਧਵਾਚਕ ਪੜ੍ਹਨਾਂਵ, ਛਠਾ ਪ੍ਰਸ਼ਨਵਾਚਕ ਪੜ੍ਹਨਾਂਵ। ਇਹ ਅਸੀਂ ਪੜ੍ਹਨਾਂਵ ਦੇ 6 ਪ੍ਰਕਾਰ ਵੀ ਪੜ੍ਹ ਲਏ। ਅਤੇ ਪੁਰਖਵਾਚਕ ਦੇ ਆਪਣੇ ਵੀ 3 ਪ੍ਰਕਾਰ ਹੁੰਦੇ ਹਨ, ਪਹਿਲਾ ਪੁਰਖ, ਦੂਜਾ ਪੁਰਖ, ਤੀਜਾ ਪੁਰਖ। ਅਤੇ ਅਸੀਂ ਪੜ੍ਹਨਾਂਵ ਨੂੰ ਬਹੁਤ ਡੀਪਲੀ ਵੀ ਪੜ੍ਹ ਲਿਆ ਹੈ ਅਤੇ ਅਸੀਂ ਇਸ ਨੂੰ ਲਰਨ ਵੀ ਕਰਾਂਗੇ। ਅਤੇ ਆਉਣ ਵਾਲੀ ਵੀਡੀਓ ਵਿੱਚ ਤੁਹਾਨੂੰ ਗ੍ਰਾਮਰ ਦੀ ਹੋਰ ਵੀ ਵੀਡੀਓਜ਼ ਮਿਲਣਗੀ, ਅਤੇ ਇਸ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਅਤੇ ਬੈਲ ਆਈਕਨ ਨੂੰ ਵੀ ਪ੍ਰੈਸ ਕਰਿਓ ਅਤੇ ਲਾਈਕ ਅਤੇ ਸ਼ੇਅਰ ਵੀ ਕਰਿਓ।